ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਨ ਹਮਾਰੇ। ਦਇਆ ਕਰਹੁ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਪਰਮ ਸਤਿਕਾਰਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੀ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤ ਸੰਗੀ ਜਨੋ ਵਡਭਾਗੇ ਹਾਂ। ਸਤਿਗੁਰੂ ਜੀ ਦੀ ਮੁਬਾਰਕ ਗੋਦ ਅੰਦਰ ਬੈਠ ਕੇ ਇਤਿਹਾਸ ਨੂੰ ਵਿਚਾਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੋ ਕੱਲ੍ਹ ਆਪਾਂ ਇਤਿਹਾਸ ਦੇ ਵਿੱਚ ਇਹਨਾਂ ਘਟਨਾਵਾਂ ਨੂੰ ਵਿਚਾਰਿਆ ਸੀ। 1813 ਈਸਵੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਇਹਨਾਂ ਨੂੰ ਜੋ ਵਫਾ ਬੇਗਮ ਹੈ ਸ਼ਾਹ ਸੁਜਾ ਦੀ ਪਤਨੀ, ਉਹ ਕੋਹੇ ਨੂਰ ਹੀਰਾ ਭੇਟਾ ਕਰਦੀ ਹੈ ਤੋਹਫੇ ਵਜੋਂ। 1813 ਈਸਵੀ ਦੇ ਵਿੱਚ ਹੀ ਅਟਕ ਦੇ ਕਿਲ੍ਹੇ ਨੂੰ ਜਿੱਤਿਆ ਜਾਂਦਾ ਹੈ। 1817 ਈਸਵੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਬਹੁਤ ਜ਼ਿਆਦਾ ਬਿਮਾਰ ਹੋ ਜਾਂਦਾ ਹੈ। ਨਿਧਾਨ ਸਿੰਘ ਅਟਾਰੀ ਦੇ ਵੱਲੋਂ ਅਰਦਾਸ ਬੇਨਤੀ ਕੀਤੀ ਜਾਂਦੀ ਹੈ। ਇਸ ਅਰਦਾਸ ਬੇਨਤੀ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਬਿਲਕੁਲ ਤੰਦਰੁਸਤ ਹੋ ਜਾਂਦੇ ਹਨ, ਲੇਕਿਨ ਨਿਧਾਨ ਸਿੰਘ ਅਟਾਰੀ ਬਿਮਾਰ ਹੋਣ ਤੋਂ ਬਾਅਦ ਅਕਾਲ ਚਲਾਣਾ ਕਰ ਜਾਂਦੇ ਹਨ। 1817 ਈਸਵੀ ਤੱਕ ਦਾ ਇਤਿਹਾਸ ਆਪਾਂ ਕੱਲ੍ਹ ਵਿਚਾਰਿਆ ਸੀ। ਅਗਲੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1817 ਈਸਵੀ ਦੇ ਵਿੱਚ ਹੀ ਮੁਲਤਾਨ ਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਵੱਲੋਂ ਹਮਲਾ ਕੀਤਾ ਜਾਂਦਾ ਹੈ। ਮੁਲਤਾਨ ਦਾ ਜੋ ਹਾਕਮ ਹੈ ਉਸ ਦਾ ਨਾਮ ਹੈ ਮੁਜ਼ੱਫਰ ਖਾਨ। ਮਹਾਰਾਜਾ ਰਣਜੀਤ ਸਿੰਘ ਵੱਲੋਂ ਮੁਲਤਾਨ ਦੇ ਉੱਪਰ ਤਕਰੀਬਨ 6 ਹਮਲੇ ਕੀਤੇ ਗਏ ਹਨ। 5 ਹਮਲਿਆਂ ਦੇ ਦੌਰਾਨ ਉਸ ਦੇ ਵੱਲੋਂ ਰਣਜੀਤ ਸਿੰਘ ਦੇ ਨਾਲ ਸਮਝੌਤਾ ਕਰ ਲਿਆ ਜਾਂਦਾ ਕਿ ਮੈਂ ਤੁਹਾਡੀ ਈਨ ਮੰਨਾਂਗਾ, ਤੁਹਾਡੇ ਤੋਂ ਪੁੱਛੇ ਬਗੈਰ ਕੋਈ ਫੈਸਲਾ ਨਹੀਂ ਲਵਾਂਗਾ। ਇਸ ਤਰ੍ਹਾਂ ਦੇ ਸਮਝੌਤੇ ਕਰਨ ਤੋਂ ਬਾਅਦ ਜਦੋਂ ਸਿੱਖ ਫੌਜਾਂ ਵਾਪਸ ਆ ਜਾਂਦੀਆਂ ਹਨ ਅਤੇ ਉਹ ਬਾਅਦ ਦੇ ਵਿੱਚ ਫਿਰ ਬਾਗੀ ਹੋ ਜਾਂਦਾ। ਉਹ ਕੋਈ ਫੈਸਲੇ ਨਹੀਂ ਲੈਂਦਾ ਰਣਜੀਤ ਸਿੰਘ ਤੋਂ ਪੁੱਛ ਕੇ, ਅਤੇ ਨਾ ਹੀ ਉਹ ਈਨ ਮੰਨਦਾ ਅਤੇ ਆਪਣੇ ਵੱਲੋਂ ਤਾਕਤ ਇਕੱਠੀ ਕਰਦਾ, ਫੌਜਾਂ ਇਕੱਠੀਆਂ ਕਰਦਾ ਅਤੇ ਰਣਜੀਤ ਸਿੰਘ ਨਾਲ ਜੰਗ ਕਰਦਾ। ਆਖਰ ਇਸ ਵਾਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਿੱਖ ਆਗੂਆਂ ਦੇ ਨਾਲ ਰਾਏ ਮਸ਼ਵਰਾ ਕੀਤਾ, ਮੁਲਤਾਨ ਦੇ ਉੱਪਰ ਹਮਲਾ ਕਰਕੇ ਸਾਨੂੰ ਫੈਸਲਾ ਕੁੰਨ ਲੜਾਈ ਕਰਨੀ ਚਾਹੀਦੀ ਹੈ। ਹਰ ਵਾਰ ਮੁਜ਼ੱਫਰ ਖਾਨ ਆਪਣੇ ਵਾਅਦਿਆਂ ਤੋਂ ਮੁੱਕਰ ਜਾਂਦਾ ਹੈ ਅਤੇ ਸਾਨੂੰ ਇੱਕ ਫੈਸਲਾ ਕੁੰਨ ਲੜਾਈ ਕਰਨੀ ਚਾਹੀਦੀ ਹੈ। ਇਹ ਰਾਏ ਮਸ਼ਵਰਾ ਕਰਨ ਤੋਂ ਬਾਅਦ 1817 ਈਸਵੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ, ਦੇਸਾ ਸਿੰਘ ਮਜੀਠੀਆ, ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲਵਾ, ਇਹ ਸਾਰੇ ਸਿੱਖ ਆਗੂਆਂ ਦੀ ਅਗਵਾਈ ਦੇ ਵਿੱਚ ਸਿੱਖ ਫੌਜਾਂ ਮੁਲਤਾਨ ਦੇ ਕਿਲ੍ਹੇ ਦੇ ਉੱਪਰ ਹਮਲਾ ਕਰਦੀਆਂ ਹਨ। ਇੱਕ ਜੰਗ ਲੜੀ ਜਾਂਦੀ ਹੈ, ਬੜੀ ਖੂਨ ਡੋਲਵੀਂ ਜੰਗ ਹੋਈ। ਇਸ ਜੰਗ ਦੇ ਦੌਰਾਨ ਮੁਜ਼ੱਫਰ ਖਾਨ ਆਪਣੀ ਜਾਨ ਬਚਾ ਕੇ ਮੁਲਤਾਨ ਦੇ ਕਿਲ੍ਹੇ ਦੇ ਵਿੱਚ ਛੁਪ ਗਿਆ ਹੈ। ਮੁਲਤਾਨ ਦੇ ਕਿਲ੍ਹੇ ਨੂੰ ਘੇਰਾ ਪਾਇਆ ਗਿਆ।
ਅੰਦਰ ਕਿਸੇ ਤਰੀਕੇ ਨਾਲ ਜਾਇਆ ਨਹੀਂ ਜਾਂਦਾ, ਬਾਹਰ ਘੇਰਾ ਪਾ ਕੇ ਬੈਠ ਗਏ। ਫਿਰ ਫੈਸਲਾ ਲਿਆ ਜਾਂਦਾ ਵੀ ਇਸੇ ਤਰੀਕੇ ਦੇ ਨਾਲ ਆਪਾਂ ਮੁਜ਼ੱਫਰ ਖਾਨ ਨੂੰ ਛੱਡ ਕੇ ਨਹੀਂ ਜਾ ਸਕਦੇ। ਇਹ ਤਾਂ ਹਰ ਵਾਰ ਸਮਝੌਤਿਆਂ ਤੋਂ ਮੁੱਕਰ ਜਾਂਦਾ ਤੇ ਆਪਾਂ ਇਹ ਮਿੱਥ ਕੇ ਆਏ ਆ ਵੀ ਫੈਸਲਾ ਕੁੰਨ ਲੜਾਈ ਹੋਵੇਗੀ। ਹੁਣ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੁਜ਼ੱਫਰ ਖਾਨ ਨੂੰ ਜਾਂ ਤਾਂ ਖਤਮ ਕੀਤਾ ਜਾਵੇ ਜਾਂ ਗ੍ਰਿਫਤਾਰ ਕੀਤਾ ਜਾਵੇ। ਲੇਕਿਨ ਇੱਕ ਮੁਸ਼ਕਲ ਇਹ ਹੈ, ਉਹ ਕਿਲੇ ਦੇ ਅੰਦਰ ਛੁਪਿਆ ਹੋਇਆ ਤੇ ਕਿਲੇ ਦੇ ਅੰਦਰ ਕਿਸੇ ਤਰੀਕੇ ਨਾਲ ਜਾਇਆ ਨਹੀਂ ਜਾਂਦਾ। ਇਸ ਮੁਲਤਾਨ ਦੇ ਕਿਲੇ ਨੂੰ ਜਿੱਤਣ ਦੇ ਲਈ ਸਿੱਖਾਂ ਦੇ ਵੱਲੋਂ ਇੱਕ ਤੋਪ ਦੀ ਵਰਤੋਂ ਕੀਤੀ ਜਾਂਦੀ ਹੈ। ਕਿਲੇ ਦੀ ਇੱਕ ਕੰਧ ਢਾਹ ਕੇ ਉਸ ਦੇ ਉੱਪਰ ਗੋਲਾਬਾਰੀ ਕਰਕੇ ਕੰਧ ਦੇ ਵਿੱਚ ਪਾੜ ਪਾ ਕੇ ਉੱਥੋਂ ਦੀ ਅੰਦਰ ਜਾ ਕੇ ਮੁਜ਼ੱਫਰ ਖਾਨ ਨੂੰ ਖਤਮ ਕੀਤਾ ਜਾਵੇ। ਸਿੱਖ ਫੌਜਾਂ ਦੇ ਵੱਲੋਂ ਇੱਕ ਤੋਪ ਚਲਾਈ ਜਾਂਦੀ ਹੈ, ਉਸ ਦੇ ਗੋਲੇ ਦਾਗੇ ਜਾਂਦੇ ਹਨ। ਲੇਕਿਨ ਇੱਥੇ ਇੱਕ ਘਟਨਾ ਘਟਦੀ ਹੈ। ਉਹ ਤੋਪ ਹੈ ਜੋ ਉਸ ਦਾ ਇੱਕ ਪਹੀਆ ਟੁੱਟ ਜਾਂਦਾ ਹੈ, ਜਿਸ ਕਰਕੇ ਤੋਪ ਦਾ ਬੈਲੈਂਸ ਵਿਗੜ ਜਾਂਦਾ ਹੈ। ਉਸ ਸਮੇਂ ਜਿਹੜਾ ਤੋਪਚੀ ਹੈ, ਤੋਪ ਨੂੰ ਚਲਾਉਣ ਵਾਲਾ ਹੈ, ਉਹ ਸਿੱਖ ਆਗੂਆਂ ਨੂੰ ਕਹਿੰਦਾ ਵੀ ਇਸ ਤੋਪ ਦਾ ਬੈਲੈਂਸ ਵਿਗੜ ਗਿਆ ਹੈ, ਜਿਹੜੇ ਨਿਸ਼ਾਨੇ 'ਤੇ ਅਸੀਂ ਗੋਲਾ ਦਾਗਣਾ ਉੱਥੇ ਨਿਸ਼ਾਨਾ ਨਹੀਂ ਲੱਗਦਾ ਤੇ ਨਾ ਹੀ ਇਹ ਤੋਪ ਹੁਣ ਚੱਲਣੀ ਹੈ, ਕਿਉਂਕਿ ਇਹਦਾ ਇੱਕ ਪਹੀਆ ਟੁੱਟ ਗਿਆ ਹੈ। ਹੁਣ ਇੱਕੋ ਹੀ ਤਰੀਕਾ ਹੈ ਵੀ ਜੇਕਰ ਜੋ ਸਿੱਖ ਫੌਜਾਂ ਦੇ ਵਿੱਚ ਬੰਦੇ ਹਨ ਉਹ ਤੋਪ ਦੇ ਜਿਹੜੇ ਪਾਸੇ ਪਹੀਆ ਟੁੱਟਿਆ ਮੋਢੇ ਦੇ ਨਾਲ ਸਹਾਰਾ ਦੇਣ। ਜੇਕਰ ਸਿੱਖ ਫੌਜਾਂ ਦੇ ਵਿੱਚੋਂ ਬੰਦੇ ਮੋਢੇ ਦੇ ਨਾਲ ਤੋਪ ਨੂੰ ਸਹਾਰਾ ਦੇਣਗੇ ਤੇ ਨਿਸ਼ਾਨੇ 'ਤੇ ਗੋਲਾ ਲੱਗਣਾ, ਜਿਹੜਾ ਨਿਸ਼ਾਨਾ ਅਸੀਂ ਮਿੱਥਿਆ ਹੋਇਆ। ਲੇਕਿਨ ਨਾਲ ਇਹ ਵੀ ਗੱਲ ਹੈ ਵੀ ਜਿਹੜਾ ਵਿਅਕਤੀ ਤੋਪ ਨੂੰ ਮੋਢਾ ਦੇਵੇਗਾ, ਸਹਾਰਾ ਦੇਵੇਗਾ, ਉਹ ਵੀ ਨਾਲ ਹੀ ਖਤਮ ਹੋ ਜਾਣਾ। ਜਦੋਂ ਗੋਲਾ ਚੱਲੇਗਾ ਬਰੂਦ ਦੇ ਨਾਲ ਉਹਨੇ ਵੀ ਖਤਮ ਹੋ ਜਾਣਾ। ਇਹ ਪ੍ਰੋਬਲਮ ਹੈ ਉਹ ਤੋਪਚੀ ਵੱਲੋਂ ਸਿੱਖ ਫੌਜਾਂ ਨੂੰ ਦੱਸੀ ਜਾਂਦੀ ਹੈ ਵੀ ਜੇ ਇਸ ਤਰ੍ਹਾਂ ਨਹੀਂ ਕਰੋਗੇ ਫਿਰ ਕੰਧ ਦੇ ਵਿੱਚ ਪਾੜ ਨਹੀਂ ਪਵੇਗਾ। ਹੁਣ ਉੱਥੇ ਇੱਕ ਪਠਾਣਾ ਦੇ ਵਿੱਚੋਂ ਗੁਲਾਮ ਜਲੈਨੀ ਨਾਮ ਦਾ ਜਾਸੂਸ ਹੈ। ਇਹ ਸਾਰੇ ਪਠਾਨ ਹੀ ਸਨ ਜਿਨ੍ਹਾਂ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਜੰਗਾਂ ਕੀਤੀਆਂ ਇਸ ਇਲਾਕੇ ਦੇ ਵਿੱਚ, ਤੇ ਇਹ ਵੀ ਲੜਾਈ ਨੂੰ ਬੜੇ ਤਕੜੇ ਹੁੰਦੇ ਸਨ। ਮੁਜ਼ੱਫਰ ਖਾਨ ਵਰਗੇ ਇਹ ਸਾਰੇ ਪਠਾਨ ਹੀ ਹਨ। ਤੇ ਪਠਾਣਾ ਦਾ ਇੱਕ ਜਾਸੂਸ ਹੈ ਗੁਲਾਮ ਜਲੈਨੀ, ਉਹ ਸਿੱਖ ਫੌਜਾਂ ਦੇ ਵਿੱਚ ਹੈ। ਇਹ ਸੂਹੀ ਹੈਗਾ, ਖਬਰ ਦਿੰਦਾ ਹੈ ਸਿੱਖਾਂ ਦੀ ਫੌਜ ਬਾਰੇ ਵੀ ਇਹਨਾਂ ਦਾ ਕਿਹੜਾ ਪੱਖ ਕਮਜ਼ੋਰ ਹੈ, ਕਿਵੇਂ ਇਹਨਾਂ ਨੂੰ ਹਰਾਇਆ ਜਾ ਸਕਦਾ। ਤੇ ਇੱਕ ਪਠਾਨ ਨੂੰ ਸਿੱਖ ਦਾ ਹੁਲੀਆ ਬਣਾਉਣਾ ਕੋਈ ਬਹੁਤੀ ਔਖੀ ਗੱਲ ਨਹੀਂ, ਕੇਵਲ ਮੁੱਛਾਂ ਹੀ ਰੱਖਣੀ ਹੈ, ਦਾੜੀ ਇਹਨਾਂ ਵੱਲੋਂ ਰੱਖੀ ਜਾਂਦੀ ਹੈ ਪਹਿਲਾਂ ਹੀ, ਜਾਂ ਦਸਤਾਰ ਬੰਨ੍ਹਣੀ ਹੈ। ਇਹ ਗੁਲਾਮ ਜਲੈਨੀ ਜਾਸੂਸ ਇਹ ਵੇਖ ਰਹੇ ਆ ਵੀ ਹੁਣ ਪਤਾ ਲੱਗੇਗਾ ਵੀ ਸਿੱਖਾਂ ਦੇ ਵਿੱਚ ਕਿੰਨੀ ਕੁ ਬਹਾਦਰੀ ਹੈ। ਇਹ ਗੁਲਾਮ ਜਲੈਨੀ ਮਨ ਵਿੱਚ ਇਹ ਸੋਚਦਾ ਵੀ ਹੁਣ ਸਿੱਖ ਆਪਸ ਦੇ ਵਿੱਚ ਲੜਨਗੇ, ਇਹ ਇੱਕ ਦੂਸਰੇ ਨੂੰ ਕਹਿਣਗੇ ਵੀ ਤੂੰ ਮੋਢਾ ਦੇ, ਦੂਸਰਾ ਆਖੇਗਾ ਵੀ ਤੂੰ ਮੋਢਾ ਇਹਦੇ ਨਾਲ ਸਹਾਰਾ ਦੇ ਤੋਪ ਨੂੰ, ਕੋਈ ਆਖੇਗਾ ਵੀ ਤੂੰ ਜਥੇਦਾਰ ਹੈ ਹੁਣ ਤੇਰਾ ਹੱਕ ਬਣਦਾ, ਵੀ ਲੜਾਈ ਹੋਵੇਗੀ। ਹੁਣ ਵੇਖਦੇ ਆ ਕੀ ਬਣੇਗਾ ਇੱਥੇ। ਜਦੋਂ ਗੁਲਾਮ ਜਲੈਨੀ ਉਸ ਤੋਪ ਦੇ ਕੋਲ ਜਾ ਕੇ ਵੇਖਦਾ, ਉੱਥੇ ਲੜਾਈ ਹੋ ਰਹੀ ਹੈ ਸਿੱਖਾਂ ਦੀ ਆਪਸ ਦੇ ਵਿੱਚ। ਲੜਾਈ ਇਸ ਲਈ ਨਹੀਂ ਹੋ ਰਹੀ ਵੀ ਤੁਸੀਂ ਮੋਢਾ ਦੇਵੋ, ਲੜਾਈ ਇਸ ਲਈ ਹੋ ਰਹੀ ਹੈ ਵੀ ਮੈਂ ਮੋਢਾ ਦੇਵਾਂਗਾ। ਵੀ ਹਰੇਕ ਸਿੱਖ ਫੌਜੀ ਹੀ ਇਹ ਕਹਿ ਰਹੇ ਹੈ ਵੀ ਮੈਂ ਤੋਪ ਨੂੰ ਮੋਢਾ ਦੇਵਾਂਗਾ, ਦੂਸਰੇ ਨੂੰ ਨਹੀਂ ਕਹਿਆ ਜਾ ਰਿਹਾ ਵੀ ਤੁਸੀਂ ਮੋਢਾ ਦੇਵੋ।
ਤੇ ਗੁਲਾਮ ਜਲੈਨੀ ਵੇਖਦਾ ਹੈਗਾ ਇਹ ਸਾਰੀ ਘਟਨਾ ਨੂੰ। ਆਖਰ ਜੋ ਸਿੱਖ ਹਨ ਉਹ ਤੋਪ ਨੂੰ ਆਪਣੇ ਮੋਢੇ ਦਾ ਸਹਾਰਾ ਦਿੰਦੇ ਆ। ਜਿਹੜੀ ਸਾਈਡ ਤੋਂ ਪਹੀਆ ਟੁੱਟਿਆ ਹੋਇਆ ਹੈ, ਤੋਪ ਦੇ ਗੋਲੇ ਦਾਗੇ ਜਾਂਦੇ ਹਨ। ਮੁਲਤਾਨ ਦੇ ਕਿਲੇ ਦੀ ਕੰਧ ਦੇ ਵਿੱਚ ਪਾੜ ਫੌਜਾਂ ਹਮਲਾ ਕਰਦੀਆਂ ਹਨ। ਇਸ ਮੁਲਤਾਨ ਦੇ ਕਿਲੇ ਨੂੰ ਜਿੱਤ ਲਿਆ ਜਾਂਦਾ ਹੈਗਾ। ਮੁਲਤਾਨ ਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਨੇ ਜਿੱਤ ਪ੍ਰਾਪਤ ਕੀਤੀ 1817 ਈਸਵੀ ਦੇ ਵਿੱਚ। ਤੇ ਗੁਲਾਮ ਜਲੈਨੀ ਲਿਖਦਾ ਹੈ ਵੀ ਜਿਹੜੀ ਕੌਮ ਦੇ ਵਿੱਚ ਇਹੋ ਜਿਹੇ ਸੂਰਮੇ ਹੋਣ, ਯੋਧੇ ਹੋਣ, ਜਿਨ੍ਹਾਂ ਨੂੰ ਮੌਤ ਦਾ ਕੋਈ ਖੌਫ ਨਹੀਂ, ਸਗੋਂ ਅੱਗੇ ਹੋ ਕੇ ਲੜਦੇ ਹਨ, ਇਹੋ ਜਿਹੀ ਕੌਮ ਨੂੰ ਹਰਾਉਣਾ ਔਖਾ ਹੈਗਾ। ਇਹੋ ਜਿਹੇ ਯੋਧੇ ਨਹੀਂ ਜੰਗ ਦੇ ਵਿੱਚ ਹਾਰਿਆ ਕਰਦੇ। 1817 ਈਸਵੀ ਦੇ ਵਿੱਚ ਮੁਲਤਾਨ ਦੇ ਕਿਲੇ ਨੂੰ ਜਿੱਤਿਆ ਜਾਂਦਾ ਹੈ। 1818 ਈਸਵੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਵੱਲੋਂ ਪਿਸ਼ੌਰ 'ਤੇ ਹਮਲਾ ਕੀਤਾ ਜਾਂਦਾ ਹੈ। ਇਹ ਪਿਸ਼ੌਰ ਬੜਾ ਹੀ ਪੁਰਾਣਾ ਸ਼ਹਿਰ ਹੈ। 1002 ਦੇ ਵਿੱਚ ਇੱਥੋਂ ਦਾ ਰਾਜਾ ਅਨੰਤ ਰਾਗ, ਤੇ ਜਾਂ ਕਈਆਂ ਨੇ ਰਾਗ ਅਨੰਤ ਲਿਖਿਆ, ਕਈਆਂ ਨੇ ਉਸ ਬਾਦਸ਼ਾਹ ਦਾ ਨਾਮ ਅਜੇਪਾਲ ਵੀ ਲਿਖਿਆ। ਇਹ ਬਹੁਤ ਪੁਰਾਣਾ ਸ਼ਹਿਰ ਹੈਗਾ। 1002 ਈਸਵੀ ਦੇ ਵਿੱਚ ਇੱਥੋਂ ਦਾ ਜਿਹੜਾ ਰਾਜਾ ਮੈਂ ਉਸ ਦਾ ਜ਼ਿਕਰ ਕਰ ਰਿਹਾ। ਤੇ ਜੋ ਮਹਿਮੂਦ ਗਜਨਵੀ ਹੋਇਆ ਉਸਨੇ ਹਮਲੇ ਕੀਤੇ ਹੈਗੇ। 1024 ਦੇ ਵਿੱਚ ਉਸਨੇ ਹਿੰਦੁਸਤਾਨ 'ਤੇ ਹਮਲਾ ਕਰਕੇ ਸੋਮਨਾਥ ਮੰਦਰ ਨੂੰ ਲੁੱਟਿਆ ਸੀ। ਇਹਦੇ ਸੋਨੇ ਦੇ ਦਰਵਾਜ਼ੇ ਲਾ ਕੇ ਉਹ ਲੈ ਗਿਆ ਸੀ। ਹੁਣ ਆਪਾਂ ਜਦੋਂ ਇਤਿਹਾਸ ਨੂੰ ਪੜ੍ਹਦੇ ਹਾਂ ਆਪਾਂ ਵੇਖ ਸਕਦੇ ਹਾਂ ਵੀ ਮਹਿਮੂਦ ਗਜਨਵੀ ਵਰਗੇ 1024 ਦੇ ਵਿੱਚ ਹਮਲਾ ਕਰਦੇ ਹੈ। ਇੱਥੋਂ ਦੇ ਮੰਦਰ ਦੇ ਸੋਨੇ ਦੇ ਦਰਵਾਜ਼ੇ ਲਾ ਕੇ ਲੈ ਜਾਂਦੇ ਹੈ। ਇੱਥੋਂ ਦੀਆਂ ਲੜਕੀਆਂ ਨੂੰ ਲੁੱਟ ਕੇ ਲੈ ਜਾਂਦੇ ਹੈ। ਜਦੋਂ ਇਤਿਹਾਸ ਨੂੰ ਪੜ੍ਹੀਏ ਇਹ ਵੀ ਜ਼ਿਕਰ ਹੈ ਵੀ ਗਜਨੀ ਦੇ ਬਾਜ਼ਾਰ ਦੇ ਵਿੱਚ ਮਹਿਮੂਦ ਗਜਨਵੀ ਔਰਤਾਂ ਦੀ ਮੰਡੀ ਲਾਇਆ ਕਰਦਾ ਸੀ, ਜਿੱਥੇ ਹਿੰਦੁਸਤਾਨ ਦੀਆਂ ਔਰਤਾਂ ਜੋ ਗੁਲਾਮ ਬਣਾ ਕੇ ਲੈ ਕੇ ਜਾਂਦਾ ਸੀ ਉਹਨਾਂ ਨੂੰ ਵੇਚਿਆ ਜਾਂਦਾ ਸੀ। ਗਜਨੀ ਦੇ ਬਾਜ਼ਾਰ ਦੇ ਵਿੱਚ ਇੱਕ ਭੇਡ ਦਾ ਮੁੱਲ ਜ਼ਿਆਦਾ ਹੁੰਦਾ ਸੀ ਤੇ ਹਿੰਦੁਸਤਾਨ ਦੀ ਲੜਕੀ ਦਾ ਮੁੱਲ ਘੱਟ ਹੁੰਦਾ ਸੀ। ਇਹ ਲੋਕ ਕਿੰਨੇ ਲੰਬੇਰੇ ਸਮੇਂ ਤੋਂ ਇਸ ਦੇਸ਼ ਨੂੰ ਲੁੱਟਦੇ ਰਹੇ ਹੈ। 1024 ਦੀ ਗੱਲ ਕਰ ਰਹੇ ਹਾਂ ਆਪਾਂ, ਤੇ ਅੱਜ ਸਮਾਂ ਆਇਆ 1818 ਈਸਵੀ ਦਾ, ਜਦੋਂ ਮਹਾਰਾਜਾ ਰਣਜੀਤ ਸਿੰਘ ਇਸ ਸ਼ਹਿਰ 'ਤੇ ਹਮਲਾ ਕਰਦਾ। ਇਸ ਸ਼ਹਿਰ 'ਤੇ ਹਮਲਾ ਕਰਕੇ ਇੱਥੋਂ ਦਾ ਜਿਹੜਾ ਹਾਕਮ ਹੈ ਉਹਦਾ ਨਾਮ ਹੈ ਯਾਰ ਮੁਹੰਮਦ, ਉਸ ਨੂੰ ਹਰਾਇਆ ਜਾਂਦਾ ਹੈਗਾ। ਤੇ ਇਸ ਪਿਸ਼ੌਰ ਦੇ ਕਿਲੇ ਨੂੰ ਪਿਸ਼ੌਰ ਨੂੰ ਵੀ ਜਿੱਤਿਆ ਜਾਂਦਾ। ਜੇਕਰ ਬਾਹਰੀ ਤੌਰ 'ਤੇ ਹਮਲਾਵਰਾਂ ਦਾ ਰਸਤਾ ਕਿਸੇ ਨੇ ਬੰਦ ਕੀਤਾ ਤਾਂ ਉਹ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਦੇ ਵਿੱਚ ਸਿੱਖਾਂ ਨੇ ਬੰਦ ਕੀਤਾ। ਤੇ ਨਹੀਂ ਤਾਂ ਵੇਖ ਸਕਦੇ ਹਾਂ ਵੀ ਤਕਰੀਬਨ 816 ਸਾਲ ਤੱਕ ਬਾਹਰੋਂ ਹਮਲਾਵਰ ਆਉਂਦੇ ਰਹੇ। ਇੱਥੋਂ ਦੇ ਬਹੂ ਬੇਟੀਆਂ ਨੂੰ, ਇੱਥੋਂ ਦੇ ਧਨ ਦੌਲਤ ਨੂੰ, ਇੱਥੋਂ ਦੇ ਧਾਰਮਿਕ ਅਸਥਾਨਾਂ ਨੂੰ ਲੁੱਟਦੇ ਰਹੇ ਤੇ ਵਾਪਸ ਜਾਂਦੇ ਰਹੇ। ਕਿਸੇ ਨੇ ਉਹਨਾਂ ਦਾ ਰਸਤਾ ਨਹੀਂ ਰੋਕਿਆ। ਤੇ ਜੇਕਰ ਰੋਕਿਆ ਤਾਂ ਉਹ ਮਹਾਰਾਜਾ ਰਣਜੀਤ ਸਿੰਘ ਨੇ ਰੋਕਿਆ। ਤਕਰੀਬਨ 816 ਸਾਲਾਂ ਦੇ ਬਾਅਦ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ 10 ਜਾਮੇ ਗੁਰੂ ਸਾਹਿਬਾਨ ਨੇ ਸਰੀਰਕ ਰੂਪ ਦੇ ਵਿੱਚ ਧਾਰਨ ਕੀਤੇ। ਤੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਵਿਚਾਰਧਾਰਾ ਦੇ ਸਦਕਾ ਇੱਥੋਂ ਇਹੋ ਜਿਹੇ ਲੋਕ ਪੈਦਾ ਕੀਤੇ, ਅਣਖ ਪੈਦਾ ਕੀਤੀ। ਤੇ ਉਹਨਾਂ ਅਣਖ ਹੀ ਲੋਕਾਂ ਨੇ, ਸਿੱਖਾਂ ਨੇ ਹੀ, ਜੋ ਬਾਹਰੀ ਤੌਰ 'ਤੇ ਹਾਕਮ ਆਉਂਦੇ ਸਨ ਹਮਲਾਵਰ ਬਣ ਕੇ, ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਵੀ ਕੋਈ ਸਮਾਂ ਸੀ ਜਦੋਂ ਤੁਸੀਂ ਆਉਂਦੇ ਸੀ ਤੇ ਆਰਾਮਦਾਰੀ ਦੇ ਨਾਲ ਇੱਥੋਂ ਦੇ ਲੋਕਾਂ ਨੂੰ ਲੁੱਟ ਕੇ ਚਲੇ ਜਾਂਦੇ ਸੀ, ਕੋਈ ਵਿਰੋਧ ਕਰਨ ਵਾਲਾ ਨਹੀਂ ਸੀ।
ਪਰ ਹੁਣ ਇਸ ਧਰਤੀ ਦੇ ਉੱਪਰ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦੇ ਵਿੱਚੋਂ ਖਾਲਸਾ ਪੈਦਾ ਹੋਇਆ ਹੈ, ਜਿਨ੍ਹਾਂ ਦੇ ਅੰਦਰ ਅਣਖ ਹੈ, ਜ਼ਮੀਰ ਜਾਗਦੀ ਹੈ, ਜੋ ਯੋਧੇ ਨੇ, ਜੋ ਸੂਰਮੇ ਹੈ, ਉਹੀ ਹਨ ਜਿਹੜੇ ਤੁਹਾਡਾ ਰਸਤਾ ਰੋਕਣਗੇ। ਜਿੱਧਰੋਂ ਹਮਲਾਵਰ ਆਇਆ ਕਰਦੇ ਸੀ ਉਹਨਾਂ ਇਲਾਕਿਆਂ ਨੂੰ ਹੀ ਮਹਾਰਾਜਾ ਰਣਜੀਤ ਸਿੰਘ ਵੱਲੋਂ ਜਿੱਤਿਆ ਜਾ ਰਿਹਾ। ਇਸ ਪਿਸ਼ੌਰ ਨੂੰ 1818 ਈਸਵੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਵੱਲੋਂ ਇੱਥੇ ਜਿੱਤ ਪ੍ਰਾਪਤ ਕੀਤੀ ਗਈ। 1819 ਦੀ ਇੱਕ ਘਟਨਾ ਹੈ, ਕਸ਼ਮੀਰ ਦਾ ਇੱਕ ਬਹੁਤ ਹੀ ਕਰੂਰ ਬਿਰਤੀ ਦਾ ਹਾਕਮ ਹੈ ਜਾਬਰ ਖਾਨ। ਇਹ ਜਾਬਰ ਖਾਨ ਦੇ ਦੋ ਸੁਗਲ ਸਨ, ਸ਼ੌਂਕ ਸਨ। ਇਹ ਕੀ ਕਰਦਾ ਸੀ, ਜਿਹੜਾ ਵੀ ਇਹਦੇ ਰਾਜ ਦੇ ਵਿੱਚ ਇਹਦਾ ਕੋਈ ਵਿਰੋਧ ਕਰਦਾ, ਆਖਰ ਹਾਕਮ ਦਾ ਵਿਰੋਧ ਵੀ ਹੁੰਦਾ, ਸਰਕਾਰਾਂ ਦਾ ਵਿਰੋਧ ਵੀ ਕਰਦੇ ਰਹਿੰਦੀ ਹੈ ਆਮ ਪਬਲਿਕ, ਆਮ ਪ੍ਰਜਾ, ਤੇ ਇਸ ਹਾਕਮ ਦਾ ਜਦੋਂ ਕੋਈ ਵਿਰੋਧ ਕਰਦਾ ਇਹਦੇ ਰਾਜ ਦੇ ਵਿੱਚ, ਉਹ ਭਾਵੇਂ ਕੋਈ ਨੌਜਵਾਨ ਹੈ, ਕਿੰਨੀ ਵੀ ਉਮਰ ਦਾ, ਇਹ ਜਿਹੜੇ ਵਿਰੋਧ ਕਰਦੇ ਹੁੰਦੇ ਸਨ ਵਿਅਕਤੀ, ਉਹਨਾਂ ਨੂੰ ਗ੍ਰਿਫਤਾਰ ਕਰਵਾ ਲੈਣਾ ਤੇ ਗ੍ਰਿਫਤਾਰ ਕਰਕੇ ਦੋ ਨੂੰ ਚੰਗੀ ਤਰ੍ਹਾਂ ਪਿੱਠਾਂ ਜੋੜ ਕੇ ਬੰਨ੍ਹ ਦੇਣਾ। ਚੰਗੀ ਤਰ੍ਹਾਂ ਬੰਨ੍ਹ ਕੇ ਉਹਨਾਂ ਨੂੰ ਪਾਣੀ ਦੇ ਵਿੱਚ ਰੋੜ ਦੇਣਾ, ਕਿਸੇ ਨਦੀ ਦੇ ਵਿੱਚ, ਦਰਿਆ ਦੇ ਵਿੱਚ। ਤੇ ਜਦੋਂ ਇਸ ਤਰ੍ਹਾਂ ਕੀਤਾ ਜਾਂਦਾ, ਆਮ ਜੋ ਜਿਹੜੇ ਬੰਦਿਆਂ ਨੂੰ ਡੁਬੋਇਆ ਜਾ ਰਿਹਾ ਪਾਣੀ ਦੇ ਵਿੱਚ, ਉਹਨਾਂ ਨੂੰ ਬੰਨ੍ਹ ਕੇ ਦੋ ਨੂੰ ਇਕੱਠਿਆਂ ਕਰਕੇ ਉਹਨਾਂ ਦਾ ਪਰਿਵਾਰ ਰੋਂਦਾ, ਸਕੇ ਸੰਬੰਧੀ ਰੋਂਦੇ, ਦੁੱਖ ਮਨਾਇਆ ਜਾਂਦਾ, ਲੇਕਿਨ ਇਹ ਬਹੁਤ ਹੱਸਦਾ ਇਸ ਤਰੀਕੇ ਦਾ ਤਸੀਹਾ ਵੇਖ ਕੇ। ਤੇ ਦੂਸਰਾ, ਜਾਬਰ ਖਾਨ ਨੇ ਆਪਣੇ ਦਰਬਾਰ ਦੇ ਵਿੱਚ ਕੁੱਟਣੀਆਂ ਔਰਤਾਂ ਰੱਖੀਆਂ ਹੋਈਆਂ ਸਨ, ਉਹਨਾਂ ਨੂੰ ਕੁੱਟਣੀਆਂ ਕਿਹਾ ਜਾਂਦਾ। ਗੁਰਬਾਣੀ ਦੇ ਵਿੱਚ ਵੀ ਜਦੋਂ ਅਸੀਂ ਆਸਾ ਕੀ ਵਾਰ ਦਾ ਪਾਠ ਕਰਦੇ ਹਾਂ, ਆਸਾ ਕੀ ਵਾਰ ਦੇ ਵਿੱਚ ਵੀ ਉਹਨਾਂ ਔਰਤਾਂ ਦਾ ਜ਼ਿਕਰ ਕੀਤਾ ਗਿਆ ਜੋ ਕੁੱਟਣੀਆਂ ਹੁੰਦੀਆਂ ਹਨ। ਅਸੀਂ ਆਸਾ ਕੀ ਵਾਰ ਦੇ ਵਿੱਚ ਪੜ੍ਹਦੇ ਹਾਂ, ਚੋਰਾਂ, ਯਾਰਾਂ, ਰੰਡੀਆਂ, ਕੁੱਟਣੀਆਂ ਦੀਵਾਨ, ਬੇਦੀਨਾ ਕੀ ਦੋਸਤੀ, ਬੇਦੀਨਾ ਕਾ ਖਾਨ। ਜੇ ਅਸੀਂ ਕੁੱਟਣੀ ਸ਼ਬਦ ਦਾ ਅਰਥ ਵੇਖਣਾ ਹੋਵੇ, ਜਦੋਂ ਅਸੀਂ ਕਾਹਨ ਸਿੰਘ ਨਾਭਾ ਦੇ ਵੱਲੋਂ ਜੋ ਮਹਾਨ ਕੋਸ਼ ਲਿਖਿਆ ਗਿਆ, ਉਹਦੇ ਵਿੱਚ ਕੁੱਟਣੀ ਦਾ ਅਰਥ ਦੱਲੀ ਲਿਖਿਆ ਗਿਆ ਵੀ ਜੋ ਔਰਤ ਚੰਗੀ ਨਹੀਂ ਹੈ। ਇਹਦੇ ਵੱਲੋਂ ਇਹ ਔਰਤਾਂ ਰੱਖੀਆਂ ਹੋਈਆਂ ਸਨ ਜੋ ਪਿੰਡਾਂ ਦੇ ਵਿੱਚ ਜਾਂਦੀਆਂ, ਨਗਰਾਂ ਦੇ ਵਿੱਚ, ਲੋਕਾਂ ਦੇ ਘਰਾਂ ਦੇ ਵਿੱਚ। ਇਹਨਾਂ ਦਾ ਕੰਮ ਇਹ ਹੁੰਦਾ ਸੀ ਵੀ ਕਿਹੜੇ ਪਰਿਵਾਰ ਦੇ ਵਿੱਚ ਕਿਹਦੀ ਨੂੰਹ ਰਾਣੀ ਸੁੰਦਰ ਹੈ, ਕੌਣ ਵਿਆਹ ਕੇ ਲੈ ਕੇ ਆਇਆ ਕਿਹਨੂੰ, ਤੇ ਉਹ ਕਿੰਨੀ ਸੁੰਦਰ ਹੈ, ਜਾਂ ਕਿਹਦੀ ਲੜਕੀ ਜਵਾਨ ਹੋ ਗਈ ਹੈ ਤੇ ਉਹਦਾ ਰੰਗ ਰੂਪ ਬੜਾ ਵਧੀਆ। ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਇਹ ਇੱਥੋਂ ਦਾ ਕਲਚਰ ਰਿਹਾ, ਅੱਜ ਵੀ ਹੈ ਕੁਝ ਇਲਾਕਿਆਂ ਦੇ ਵਿੱਚ ਵੀ ਜੋ ਔਰਤਾਂ ਹੁੰਦੀਆਂ ਸਨ, ਜਦੋਂ ਉਹਨਾਂ ਨੇ ਬਾਹਰ ਜਾਣਾ ਜਾਂ ਆਪਣੇ ਪਰਿਵਾਰ ਦੇ ਜਿਹੜੇ ਬਜ਼ੁਰਗ ਬੰਦੇ ਆ, ਵੱਡੇ ਆ ਉਮਰ ਦੇ ਵਿੱਚ, ਉਹਨਾਂ ਤੋਂ ਪਰਦਾ ਕਰਕੇ ਰੱਖਣਾ, ਪਰਦਾ ਕਰਕੇ ਰੱਖਣਾ, ਆਪਣਾ ਤਨ ਨਾ ਵਿਖਾਉਣਾ, ਤੇ ਬਾਹਰ ਵੀ ਜਾਣਾ ਉਦੋਂ ਵੀ ਪਰਦਾ ਕਰਕੇ ਜਾਣਾ, ਜਿਸ ਕਰਕੇ ਨਹੀਂ ਕਿਸੇ ਨੂੰ ਪਤਾ ਲੱਗਦਾ ਵੀ ਕਿਹਦਾ ਕਿਹੋ ਜਿਹਾ ਰੰਗ ਰੂਪ ਹੈ, ਪਰ ਔਰਤ ਨੂੰ ਵੇਖ ਸਕਦੀ ਹੈ, ਉਹ ਤੋਂ ਕੀ ਪਰਦਾ ਹੈਗਾ। ਇਹ ਔਰਤਾਂ ਵੀ ਇਸੇ ਕਰਕੇ ਹੀ ਰੱਖੀਆਂ ਸਨ ਵੀ ਜਦੋਂ ਇਹ ਲੋਕਾਂ ਦੇ ਘਰਾਂ ਦੇ ਵਿੱਚ ਜਾਣਗੀਆਂ, ਇਹਨਾਂ ਤੋਂ ਔਰਤਾਂ ਤੋਂ ਪਰਦਾ ਥੋੜ੍ਹੀ ਕਰਨਾ। ਪਰ ਉਹ ਹੈ ਸਨ ਇਸ ਤਰੀਕੇ ਦੇ ਨਾਲ ਵੀ ਜਦੋਂ ਔਰਤਾਂ ਨੂੰ ਵੇਖ ਕੇ ਉਹ ਆ ਕੇ ਖਬਰ ਦਿੰਦੀਆਂ ਸਨ ਜਾਬਰ ਖਾਨ ਨੂੰ ਵੀ ਫਲਾਨਿਆਂ ਦੇ ਘਰ ਦੇ ਵਿੱਚ ਜੋ ਔਰਤ ਹੈ ਉਹ ਬਹੁਤ ਸੁੰਦਰ ਹੈ, ਉਹਦਾ ਰੂਪ ਰੰਗ ਬਹੁਤ ਵਧੀਆ, ਉਹ ਜਵਾਨ ਹੈਗੀ। ਤੇ ਜਾਬਰ ਖਾਨ ਆਪਣੀ ਉਹਦਾ ਜੋ ਤਾਕਤ ਹੈ, ਪਾਵਰ ਹੈ, ਉਹਦੀ ਵਰਤੋਂ ਕਰਕੇ ਉਹਨਾਂ ਔਰਤਾਂ ਨੂੰ ਉਠਾ ਲੈਣਾ ਤੇ ਉਹਨਾਂ ਦੇ ਕਿਰਦਾਰ ਨੂੰ ਦਾਗੀ ਕਰਨਾ, ਇਹ ਇਹਦਾ ਸੁਗਲ ਸੀ। ਇਹਦੇ ਦਰਬਾਰ ਦੇ ਵਿੱਚੋਂ ਇੱਕ ਮਾਲ ਮੰਤਰੀ ਜਿਹਦਾ ਨਾਮ ਬੀਰਬਲ ਲਿਖਿਆ ਹੋਇਆ ਹੈ। ਇਹ ਬੀਰਬਲ ਉਹ ਨਹੀਂ ਜਿਹੜਾ ਅਕਬਰ ਬਾਦਸ਼ਾਹ ਦੇ ਵੇਲੇ ਹੋਇਆ, ਉਹ ਬੀਰਬਲ ਹੋਰ ਸੀ, ਇਹ ਬੀਰਬਲ ਹੋਰ ਹੈ।
ਇਹ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਆਉਂਦਾ ਹੈ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਆ ਕੇ ਕਹਿੰਦਾ ਵੀ ਮੈਂ ਜੇਕਰ ਤੁਹਾਡੇ ਦਰਬਾਰ ਦੇ ਵਿੱਚ ਆਇਆ, ਮੈਂ ਉਹ ਇਸ ਕਰਕੇ ਨਹੀਂ ਆਇਆ ਵੀ ਤੁਹਾਡਾ ਰਾਜ ਵਧੀਆ ਜਾਂ ਤੁਹਾਡੀ ਕੋਈ ਸ਼ੋਭਾ ਸੁਣ ਕੇ ਆਇਆ ਹੋਵਾਂ। ਨਹੀਂ, ਮੈਂ ਤੁਹਾਡੇ ਗੁਰੂ ਦੇ ਬਾਰੇ ਸੁਣਿਆ, ਮੈਂ ਤੁਹਾਡੇ ਗੁਰੂ ਦੀ ਸ਼ੋਭਾ ਸੁਣ ਕੇ, ਉਹਦੀਆਂ ਖੂਬੀਆਂ ਸੁਣ ਕੇ ਆਇਆ ਹਾਂ। ਤੁਹਾਡੇ ਗੁਰੂ ਦੇ ਵਿੱਚ ਇਹ ਵਡਿਆਈ ਹੈ ਵੀ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਹਰ ਬਿਰਧ ਸੁਆਮੀ ਸੰਦਾ। ਤੁਹਾਡਾ ਗੁਰੂ ਬਹੁਤ ਦਿਆਲੂ ਹੈ, ਕਿਰਪਾਲੂ ਹੈ। ਜਦੋਂ ਕੋਈ ਵੀ ਅਰਦਾਸ ਬੇਨਤੀ ਕਰਦਾ, ਤੁਹਾਡੇ ਗੁਰੂ ਦੇ ਦਰ 'ਤੇ ਆ ਕੇ ਭਾਵਨਾ ਦੇ ਨਾਲ ਉਹਦੀ ਅਰਦਾਸ ਬੇਨਤੀ ਸੁਣੀ ਜਾਂਦੀ ਹੈ। ਮੈਂ ਇਹ ਖੂਬੀਆਂ ਸੁਣ ਕੇ ਆਇਆ ਹਾਂ ਤੇ ਮੈਂ ਇਹ ਵੀ ਬੇਨਤੀ ਕਰ ਦੇਵਾਂ, ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਦਰਬਾਰ ਦਾ ਨਾਮ ਵੀ ਦਰਬਾਰੇ ਖਾਲਸਾ ਰੱਖਿਆ ਸੀ ਜਾਂ ਸਰਕਾਰੇ ਖਾਲਸਾ। ਆਪਣੇ ਦਰਬਾਰ ਦਾ ਇਹ ਨਾਮ ਰੱਖਣ ਦਾ ਮੰਤ ਵੀ ਇਹ ਸੀ ਵੀ ਜਿਵੇਂ ਸਾਡੇ ਗੁਰੂ ਦਾ ਸੁਭਾਅ ਹੈ ਨਾ, ਉੱਥੇ ਜੋ ਵੀ ਫਰਿਆਦੀ ਹੋ ਕੇ ਆਉਂਦਾ ਉਹਦੀ ਗੱਲ ਸੁਣੀ ਜਾਂਦੀ ਹੈ, ਉਹਦੀ ਗੱਲ ਨੂੰ ਮੰਨਿਆ ਜਾਂਦਾ ਹੈ, ਉਹਦੀ ਅਰਦਾਸ ਬੇਨਤੀ ਨੂੰ ਸਵੀਕਾਰ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਹੀ ਜਦੋਂ ਮੇਰੇ ਦਰਬਾਰ ਦੇ ਵਿੱਚ ਕੋਈ ਆਵੇਗਾ ਫਰਿਆਦੀ ਹੋ ਕੇ, ਉਹਦੀ ਗੱਲ ਨੂੰ ਧਿਆਨ ਨਾਲ ਸੁਣਿਆ ਜਾਵੇਗਾ। ਮਹਾਰਾਜਾ ਰਣਜੀਤ ਸਿੰਘ ਵੱਲੋਂ ਇਸੇ ਕਰਕੇ ਆਪਣੇ ਦਰਬਾਰ ਦਾ ਨਾਮ ਦਰਬਾਰ ਏ ਖਾਲਸਾ ਰੱਖਿਆ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਨੇ ਭਾਵੇਂ ਰਾਜ ਕੀਤਾ, ਪਰ ਉਹਨੇ ਕਦੇ ਵੀ ਆਪਣੇ ਸਿਰ ਦੇ ਉੱਪਰ ਕਲੰਗੀ ਨਹੀਂ ਸਜਾਈ। ਨਹੀਂ, ਬਾਦਸ਼ਾਹ ਕਲੰਗੀ ਲਾਉਂਦੇ ਆ, ਤਸਵੀਰਾਂ ਵੀ ਤੁਸੀਂ ਵੇਖ ਲਓ ਮਹਾਰਾਜਾ ਰਣਜੀਤ ਸਿੰਘ ਦੀਆਂ, ਉਹ ਸਿਰ 'ਤੇ ਕਲੰਗੀ ਲੱਗੀ ਹੋਈ ਹੈ, ਤਸਵੀਰਾਂ ਕਲਪਨਿਕ ਨੇ। ਪਰ ਮਹਾਰਾਜਾ ਰਣਜੀਤ ਸਿੰਘ ਨੇ ਕਲੰਗੀ ਨਹੀਂ ਲਾਈ ਆਪਣੇ ਸਿਰ ਦੇ ਉੱਪਰ, ਤੇ ਨਾ ਕਦੇ ਤਖਤ 'ਤੇ ਬੈਠਾ। ਇੱਕ ਕੁਰਸੀ ਬਣਾਈ ਹੋਈ ਸੀ ਬਹੁਤ ਸੋਹਣੀ, ਉਹਦੇ ਉੱਪਰ ਬੈਠਦਾ ਸੀ। ਉਹ ਕੁਰਸੀ ਹੈ ਜਿਹੜੀ ਅੱਜ ਵੀ ਇੰਗਲੈਂਡ ਦੇ ਵਿੱਚ ਪਈ ਹੈ। ਕੁਰਸੀ ਦੇ ਉੱਪਰ ਬੈਠਣਾ, ਕਲੰਗੀ ਕੋਈ ਨਹੀਂ ਲਾਉਣੀ, ਤੇ ਨਾ ਹੀ ਉਹਨੇ ਆਪਣੇ ਨਾਮ ਦਾ ਸਿੱਕਾ ਜਾਰੀ ਕੀਤਾ ਵੀ ਜੋ ਕਰੰਸੀ ਹੈ ਉਹਦੇ ਉੱਪਰ ਆਪਣਾ ਨਾਮ ਲਿਖਿਆ, ਬਿਲਕੁਲ ਨਹੀਂ। ਅਸਲ ਦੇ ਵਿੱਚ ਉਹ ਇਸ ਰਾਜ ਭਾਗ ਨੂੰ ਸਿੱਖ ਰਾਜ ਸਮਝਦਾ ਸੀ, ਆਪਣੇ ਆਪ ਨੂੰ ਗੁਰੂ ਦਾ ਨਿਮਾਣਾ ਸਿੱਖ ਸਮਝਦਾ ਸੀ। ਤੇ ਮਹਾਰਾਜਾ ਰਣਜੀਤ ਸਿੰਘ ਨੇ ਹੀ ਮੁਲਤਾਨ ਨੂੰ ਜਿੱਤਣ ਤੋਂ ਬਾਅਦ 1817 ਈਸਵੀ ਦੇ ਵਿੱਚ ਦਰਬਾਰ ਸਾਹਿਬ ਦੀ ਸੇਵਾ ਕਰਵਾਈ ਸੀ। ਉਸ ਸਮੇਂ ਇੱਥੋਂ ਦਾ ਜੋ ਦਰਬਾਰ ਸਾਹਿਬ ਦਾ ਗ੍ਰੰਥੀ ਕਹਿ ਸਕਦੇ ਹਾਂ, ਸੇਵਾਦਾਰ ਸੰਤ ਸਿੰਘ ਸੀ, ਉਸ ਸਮੇਂ ਇਹ ਜੋ ਦਰਬਾਰ ਸਾਹਿਬ 'ਤੇ ਅਸੀਂ ਸੋਨਾ ਲੱਗਾ ਆ ਵੇਖਦੇ ਹਾਂ ਨਾ, ਇਹ ਸਾਰਾ ਹੀ ਮਹਾਰਾਜਾ ਰਣਜੀਤ ਸਿੰਘ ਨੇ ਚੜ੍ਹਾਇਆ ਸੀਗਾ ਦਰਬਾਰ ਸਾਹਿਬ 'ਤੇ, ਜੋ ਸੋਨਾ ਲੱਗਿਆ ਹੋਇਆ 1817 ਈਸਵੀ ਦੇ ਵਿੱਚ। ਸੋ ਆਪਾਂ ਗੱਲ ਵਿਚਾਰ ਰਹੇ ਹਾਂ, ਬੀਰਬਲ ਨਾਮ ਦਾ ਮਾਲ ਮੰਤਰੀ ਕਸ਼ਮੀਰ ਦੇ ਵਿੱਚੋਂ ਜੋ ਜਾਵਰ ਖਾਨ ਦੇ ਦਰਬਾਰ ਦੇ ਵਿੱਚ ਹੈ, ਉਹ ਆਉਂਦਾ ਰਣਜੀਤ ਸਿੰਘ ਦੇ ਕੋਲ। ਰਣਜੀਤ ਸਿੰਘ ਨੂੰ ਆ ਕੇ ਫਰਿਆਦ ਕਰਦਾ, ਬੇਨਤੀ ਕਰਦਾ ਵੀ ਮੈਂ ਤੁਹਾਡੇ ਗੁਰੂ ਦੀਆਂ ਖੂਬੀਆਂ ਸੁਣੀਆਂ, ਉਹ ਦਿਆਲੂ ਤੇ ਕਿਰਪਾਲੂ ਹੈ, ਤੇ ਤੁਸੀਂ ਸਿੱਖ ਹੋ, ਤੁਹਾਡਾ ਇੱਥੇ ਰਾਜ ਹੈ, ਤੇ ਤੁਸੀਂ ਕਸ਼ਮੀਰ ਦੇ ਉੱਪਰ ਹਮਲਾ ਕਰੋ। ਕਿਉਂਕਿ ਜੋ ਕਸ਼ਮੀਰ ਦਾ ਹਾਕਮ ਹੈ ਜਾਵਰ ਖਾਨ, ਉਹ ਬਹੁਤ ਹੀ ਕਰੂਰ ਬਿਰਤੀ ਦਾ ਵਿਅਕਤੀ ਹੈ। ਉਹ ਲੋਕਾਂ ਦੀਆਂ ਇੱਜ਼ਤਾਂ ਨੂੰ ਲੁੱਟਦਾ ਹੈ। ਜੇਕਰ ਥੋੜ੍ਹਾ ਜਿਹਾ ਵੀ ਉਹਦਾ ਕੋਈ ਵਿਰੋਧ ਕਰਦਾ, ਉਹਦਾ ਕਤਲ ਕਰਵਾ ਦਿੰਦਾ। ਤੁਸੀਂ ਹਮਲਾ ਕਰੋ, ਉੱਥੇ ਆਪਣਾ ਰਾਜ ਕਾਇਮ ਕਰੋ। ਮਹਾਰਾਜਾ ਰਣਜੀਤ ਸਿੰਘ ਵੱਲੋਂ 1819 ਈਸਵੀ ਦੇ ਵਿੱਚ ਸਿੱਖ ਫੌਜਾਂ ਦੇ ਨਾਲ ਹਮਲਾ ਕੀਤਾ ਜਾਂਦਾ, ਕਸ਼ਮੀਰ ਦੇ ਇਲਾਕੇ ਨੂੰ ਜਿੱਤਿਆ ਜਾਂਦਾ ਹੈ। ਅਟਕ ਦੀ ਜੰਗ ਜਦੋਂ ਹੋਈ ਹੈ, ਆਪਾਂ ਕੱਲ੍ਹ ਵਿਚਾਰੀ ਸੀ, ਉੱਥੇ ਇੱਕ ਮੋਹਕਮ ਚੰਦ ਸਿੱਖਾਂ ਦੇ ਵੱਲੋਂ ਇੱਕ ਆਗੂ ਫੌਜ ਲੈ ਕੇ ਗਿਆ ਸੀ। ਇਹਦਾ ਪੁੱਤਰ ਹੈਗਾ ਦੀਵਾਨ ਚੰਦ। ਕਸ਼ਮੀਰ ਦੇ ਇਲਾਕੇ ਨੂੰ ਜਿੱਤ ਕੇ ਜਾਵਰ ਖਾਨ ਨੂੰ ਖਤਮ ਕੀਤਾ ਜਾਂਦਾ ਹੈ। ਇੱਥੋਂ ਦਾ ਹਾਕਮ ਦੀਵਾਨ ਚੰਦ ਬਣਾਇਆ ਜਾਂਦਾ ਹੈ। ਦੀਵਾਨ ਚੰਦ ਕੁਝ ਸਮਾਂ ਹਾਕਮ ਰਹਿੰਦਾ। ਉਸ ਤੋਂ ਬਾਅਦ ਇੱਥੇ
ਹਰੀ ਸਿੰਘ ਨਲਵਾ ਇਹਨੂੰ ਇੱਥੋਂ ਦਾ ਹਾਕਮ ਬਣਾ ਦਿੱਤਾ ਜਾਂਦਾ ਹੈ। ਇਹ ਹਰੀ ਸਿੰਘ ਨਲਵੇ ਬਾਰੇ ਆਪਾਂ ਅੱਗੇ ਜਾ ਕੇ ਵਿਚਾਰ ਕਰਾਂਗੇ। 1819 ਈਸਵੀ ਦੇ ਵਿੱਚ ਕਸ਼ਮੀਰ ਨੂੰ ਵੀ ਜਿੱਤਿਆ ਗਿਆ, ਮੁਲਤਾਨ ਨੂੰ ਵੀ ਜਿੱਤ ਲਿਆ। 1817 ਤੋਂ ਲੈ ਕੇ 17 ਦੇ ਵਿੱਚ ਅਟਕ ਨੂੰ ਜਿੱਤਿਆ ਗਿਆ ਹੈਗਾ, ਪਿਸ਼ੌਰ ਨੂੰ ਜਿੱਤਿਆ ਗਿਆ ਹੈਗਾ। ਇਸ ਤਰੀਕੇ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਵੱਖ-ਵੱਖ ਇਲਾਕੇ ਜਿੱਤਦਾ ਜਾ ਰਿਹਾ ਹੈ। 1820 ਈਸਵੀ ਦੇ ਵਿੱਚ 11 ਫਰਵਰੀ 1820 ਈਸਵੀ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਘਰ ਵਿਖੇ ਪੋਤਰੇ ਦਾ ਜਨਮ ਹੁੰਦਾ ਹੈ। ਖੜਕ ਸਿੰਘ ਦਾ ਵਿਆਹ ਕੀਤਾ ਗਿਆ ਸੀ, ਉਹਦੇ ਘਰ ਦੇ ਵਿੱਚ ਇੱਕ ਪੁੱਤਰ ਦਾ ਜਨਮ ਹੁੰਦਾ ਹੈ ਜਿਹਦਾ ਨਾਮ ਕੰਬਰ ਨੌ ਨਿਹਾਲ ਸਿੰਘ ਰੱਖਿਆ ਜਾਂਦਾ ਹੈ। ਇਹ 1820 ਈਸਵੀ ਦੀ ਘਟਨਾ ਹੈ। 1823 ਈਸਵੀ ਦਾ ਸਮਾਂ ਆ ਗਿਆ। 14 ਮਾਰਚ 1823 ਈਸਵੀ ਨੂੰ ਜੋ ਕਾਬਲ ਹੈ, ਕਾਬਲ ਦਾ ਜੋ ਇੱਥੋਂ ਦਾ ਹਾਕਮ ਹੈ, ਮੁਖੀ ਹੈ, ਉਹ ਹੈ ਅਜੀਮ ਖਾਨ। ਅਜੀਮ ਖਾਨ ਦਾ ਭਰਾ ਸੀ ਜਾਵਰ ਖਾਨ, ਕਸ਼ਮੀਰ ਦੇ ਉੱਪਰ ਜਿਸ ਦਾ ਰਾਜ ਚੱਲਦਾ ਸੀ, ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਖਤਮ ਕਰਤਾ। ਤੇ ਜੋ ਅਟਕ ਦੇ ਵਿੱਚ ਹਾਕਮ ਸੀ ਦੋਸਤ ਮੁਹੰਮਦ, ਉਹ ਇਹਦਾ ਬਹੁਤ ਗੂੜਾ ਮਿੱਤਰ ਸੀ ਅਜੀਮ ਖਾਨ ਦਾ। ਅਜੀਮ ਖਾਨ ਨੂੰ ਬਹੁਤ ਜ਼ਿਆਦਾ ਇਸ ਗੱਲ ਦਾ ਦੁੱਖ ਹੈ ਵੀ ਮਹਾਰਾਜਾ ਰਣਜੀਤ ਸਿੰਘ ਜਿਹੜੇ ਇਲਾਕਿਆਂ ਦੇ ਵਿੱਚ ਪਠਾਣਾਂ ਦਾ ਰਾਜ ਸੀ, ਉਹ ਇਲਾਕੇ ਰਣਜੀਤ ਸਿੰਘ ਦੇ ਅਧੀਨ ਆ ਗਏ ਹਨ। ਇਹਨੂੰ ਇਸ ਗੱਲ ਦਾ ਦੁੱਖ ਵੀ ਹੈ ਵੀ ਮੇਰੇ ਭਰਾ ਨੂੰ ਖਤਮ ਕਰ ਦਿੱਤਾ ਗਿਆ। ਤੇ ਇਹਨੂੰ ਕਿਤੇ ਨਾ ਕਿਤੇ ਇਹ ਵੀ ਡਰ ਹੈ ਵੀ ਕਾਬਲ ਤੇ ਰਣਜੀਤ ਸਿੰਘ ਨਾ ਕਾਬਜ ਹੋ ਜਾਵੇ। ਅਜੀਮ ਖਾਨ ਦੇ ਵੱਲੋਂ ਫੌਜ ਇਕੱਠੀ ਕਰਕੇ, ਆਪਣੇ ਵੱਲੋਂ ਪੂਰਾ ਪ੍ਰਬੰਧ ਕਰਕੇ ਰਣਜੀਤ ਸਿੰਘ ਦੇ ਨਾਲ ਹਜ਼ਾਰਾ, ਇੱਕ ਜਗ੍ਹਾ ਦਾ ਨਾਮ ਹੈ ਜਹਾਂਗੀਰਾ ਵੀ ਕਿਹਾ ਜਾਂਦਾ, ਉਸ ਜਗ੍ਹਾ ਨੂੰ, ਉਸ ਜਗ੍ਹਾ ਤੇ ਇੱਕ ਛੋਟੀ ਜੀ ਜੰਗ ਲੜੀ ਜਾਂਦੀ ਹੈ। ਉਸ ਜੰਗ ਦੇ ਵਿੱਚ ਰਣਜੀਤ ਸਿੰਘ ਦੀ ਜਿੱਤ ਹੁੰਦੀ ਹੈ। ਉਸ ਤੋਂ ਬਾਅਦ ਅਜੀਮ ਖਾਨ ਦੇ ਵੱਲੋਂ ਪੂਰੀ ਤਾਕਤ ਇਕੱਠੀ ਕਰਕੇ, ਚੰਗੀ ਤਰ੍ਹਾਂ ਪ੍ਰਬੰਧ ਕਰਕੇ ਨੌਸ਼ਹਿਰੇ ਦੇ ਅਸਥਾਨ ਤੇ ਦੁਬਾਰੇ ਫੇਰ ਜੰਗ ਲੜੀ ਜਾਂਦੀ ਹੈ, ਹਮਲਾ ਕੀਤਾ ਜਾਂਦਾ। ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਤੇ ਇਹ ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲਵਾ, ਇਹ ਆਪਸ ਦੇ ਵਿੱਚ ਮਸ਼ਵਰਾ ਕਰਦੇ ਆ ਵੀ ਸਾਨੂੰ ਜੰਗ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ। ਜਦੋਂ ਆਪਸ ਦੇ ਵਿੱਚ ਇਹ ਫੈਸਲਾ ਨਹੀਂ ਕਰ ਪਾਉਂਦੇ ਤੇ ਇੱਥੇ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ, ਜਿਸ ਜਗ੍ਹਾ ਤੇ ਇਹ ਰਾਏ ਮਸ਼ਵਰਾ ਕਰਦੇ ਹੈ। ਫਿਰ ਇਹਨਾਂ ਵੱਲੋਂ ਫੈਸਲਾ ਕੀਤਾ ਜਾਂਦਾ ਹੈ, ਜੋ ਸਿੱਖ ਆਗੂ ਨੇ ਉਹ ਰਣਜੀਤ ਸਿੰਘ ਨੂੰ ਕਹਿੰਦੇ ਆ ਵੀ ਆਪਾਂ ਨੂੰ ਗੁਰੂ ਸਾਹਿਬਾਨ ਦੇ ਅੱਗੇ ਅਰਦਾਸ ਕਰ ਲੈਣੀ ਚਾਹੀਦੀ ਹੈ, ਮੁੱਖ ਵਾਕ ਲੈ ਲੈਣਾ ਚਾਹੀਦਾ ਤੇ ਵਿਚਾਰ ਲੈਣਾ ਚਾਹੀਦਾ। ਜਿਵੇਂ ਗੁਰੂ ਸਾਹਿਬਾਨ ਕਰਨਗੇ ਆਪਾਂ ਉਵੇਂ ਕਰਾਂਗੇ। ਅਰਦਾਸ ਬੇਨਤੀ ਕੀਤੀ ਜਾਂਦੀ ਹੈ, ਮੁੱਖ ਵਾਕ ਲਿਆ ਜਾਂਦਾ ਹੈ। ਮੁੱਖ ਵਾਕ ਕੁਝ ਇਸ ਤਰ੍ਹਾਂ ਦਾ ਆਉਂਦਾ ਵੀ ਜੰਗ ਕਰਨੀ ਚਾਹੀਦੀ ਹੈ। ਜਦੋਂ ਉਸ ਨੂੰ ਵਿਚਾਰਿਆ ਜਾਂਦਾ, ਇਹਨਾਂ ਵੱਲੋਂ ਤਿਆਰੀ ਕੀਤੀ ਜਾਂਦੀ ਹੈ। ਇੰਨੇ ਨੂੰ ਕੋਈ ਸੂਹੀਆ ਆ ਕੇ ਖਬਰ ਦਿੰਦਾ ਰਣਜੀਤ ਸਿੰਘ ਨੂੰ ਵੀ ਅਜੀਮ ਖਾਨ ਦੇ ਕੋਲ ਨਾ 40 ਤੋਪਾਂ ਨੇ, 40 ਤੋਪਾਂ ਲੈ ਕੇ ਆ ਰਿਹਾ ਉਹ ਜੰਗ ਦੇ ਵਿੱਚ, ਤੁਹਾਡਾ ਬਹੁਤ ਨੁਕਸਾਨ ਹੋਣਾ, ਜੰਗ ਨੂੰ ਰੋਕ ਦੇਵੋ, ਤੁਸੀਂ ਜਾਵੋ ਹੀ ਨਾ ਉਸ ਜਗ੍ਹਾ ਤੇ ਜਿੱਥੇ ਜੰਗ ਕਰਨੀ ਹੈ, ਤੁਹਾਡੇ ਵੱਲੋਂ ਨਹੀਂ ਜਾਣਾ ਚਾਹੀਦਾ ਉੱਥੇ। ਰਣਜੀਤ ਸਿੰਘ ਸਿੱਖ ਆਗੂਆਂ ਨੂੰ ਕਹਿੰਦਾ ਵੀ ਮੈਨੂੰ ਹੁਣੇ ਖਬਰ ਮਿਲੀ ਹੈ ਉਹਦੇ ਕੋਲ 40 ਤੋਪਾਂ ਨੇ, ਤਾਕਤ ਜ਼ਿਆਦਾ ਹੈ, ਜੇ ਆਪਾਂ ਜੰਗ ਕਰਾਂਗੇ, ਉਹ ਤਾਂ ਪੂਰਾ ਪ੍ਰਬੰਧ ਕਰਕੇ ਆ ਰਿਹਾ, ਹੋ ਸਕਦਾ ਆਪਣਾ ਜ਼ਿਆਦਾ ਨੁਕਸਾਨ ਹੋਵੇ, ਆਪਾਂ ਨੂੰ ਨਹੀਂ ਕੁਝ ਸਮਾਂ ਰੁਕ ਜਾਣਾ ਚਾਹੀਦਾ। ਹਰੀ ਸਿੰਘ ਨਲਵਾ ਕਹਿੰਦਾ ਵੀ ਹੁਣ ਨੁਕਸਾਨ ਦੇ ਵਾਧੇ ਘਾਟੇ ਦੀ ਗੱਲ ਨਹੀਂ, ਹੁਣ ਗੱਲ ਸਿਧਾਂਤ ਦੀ ਹੈ। ਅਰਦਾਸ ਬੇਨਤੀ ਕੀਤੀ ਹੈ, ਮੁੱਖ ਵਾਕ ਲਿਆ, ਗੁਰੂ ਦੀ ਇਜਾਜ਼ਤ ਲਈ ਹੈ, ਹੁਣ ਸਿਧਾਂਤ ਤੇ ਪਹਿਰਾ ਦਿੱਤਾ ਜਾਵੇਗਾ, ਹੁਣ ਨਹੀਂ ਰੁਕਿਆ ਜਾਣਾ ਤੇ ਨਾ ਹੀ ਹੁਣ ਰੋਕਣਾ ਹੈਗਾ, ਕਿਉਂਕਿ ਅਸੀਂ ਗੁਰੂ ਸਾਹਿਬਾਨ ਦੇ ਅੱਗੇ ਅਰਦਾਸ ਬੇਨਤੀ ਕਰਦੀ ਹੈ, ਸਾਡਾ ਕੋਈ ਫਲਸਫਾ ਹੈ, ਸਿਧਾਂਤ ਨੇ,
ਜੇਕਰ ਅਸੀਂ ਰੁਕਦੇ ਹਾਂ ਇਹਦਾ ਮਤਲਬ ਸਾਨੂੰ ਗੁਰੂ ਤੇ ਕੋਈ ਵਿਸ਼ਵਾਸ ਨਹੀਂ। ਭਾਵੇਂ ਉਹਦੇ ਕੋਲ 40 ਤੋਪਾਂ ਨੇ, ਭਾਵੇਂ ਇਸ ਤੋਂ ਜ਼ਿਆਦਾ ਨੇ। ਨੌਸ਼ਹਿਰੇ ਵਿਖੇ ਜੰਗ ਕੀਤੀ ਗਈ, ਇਸ ਜੰਗ ਦੇ ਵਿੱਚ ਨੁਕਸਾਨ ਹੋਇਆ ਸਿੱਖਾਂ ਦਾ, ਕਿਉਂਕਿ ਉਹਦੇ ਕੋਲ ਜ਼ਿਆਦਾ ਤਾਕਤ ਸੀ। ਤੇ ਇਸੇ ਜੰਗ ਦੇ ਵਿੱਚ ਹੀ 1823 ਈਸਵੀ ਦੇ ਵਿੱਚ 14 ਮਾਰਚ ਨੂੰ ਇਹ ਜੰਗ ਕੀਤੀ ਗਈ ਹੈ। ਤੇ ਇਸੇ ਜੰਗ ਦੇ ਦੌਰਾਨ ਹੀ ਅਕਾਲੀ ਫੂਲਾ ਸਿੰਘ, ਜੋ ਇੱਕ ਬਹੁਤ ਵਧੀਆ ਸਿੱਖ ਆਗੂ ਹੋਇਆ, ਇਤਿਹਾਸ ਦੇ ਵਿੱਚ ਬੜਾ ਨਾਮ ਹੈ ਇਹਦਾ, ਅਕਾਲੀ ਫੂਲਾ ਸਿੰਘ ਦਾ, ਇਹ ਸ਼ਹਾਦਤ ਪ੍ਰਾਪਤ ਕਰ ਜਾਂਦਾ ਹੈ। ਇਹ ਜਿਹੜੀ ਘਟਨਾ 1823 ਈਸਵੀ ਦੀ ਹੈ। ਇਸ ਤੋਂ ਅਗਲੇ ਇਤਿਹਾਸ ਦੀ ਵਿਚਾਰ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਕਰਾਂਗੇ। ਸਮੇਂ ਦੀ ਸਮਾਪਤੀ ਹੈ। ਆਪ ਸਰਬੱਤ ਸੰਗਤਾਂ ਦਾ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।